ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਆ। ਦੋਹਰਾ ਸਿੱਧੂ ਕੁਲ ਮਹਿ ਜਾਟ ਇੱਕ ਭੁੱਲਰੀਏ ਸ਼ੁਭ ਕੋਤ। ਕਥਾ ਨੂੰ ਸੁਣਨ ਵਾਲੇ ਬੜਭਾਗੀ ਸਰੋਤੇ ਜਨੋ, ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਜੀ ਵਰਣਨ ਕਰ ਰਹੇ ਨੇ। ਸਿੱਧੂ ਕੁਲ ਦੇ ਵਿੱਚ ਜਾਟ ਕੀ ਕਿਸਾਨੀ ਕਰਨ ਵਾਲੇ, ਖੇਤੀਬਾੜੀ ਕਰਨ ਵਾਲੇ, ਭੁੱਲਰ ਗੋਤ ਦੇ ਬਹੁਤ ਵੱਡੇ ਭਾਗਾਂ ਵਾਲੇ। ਆਦਮ ਜਿਸ ਕੋ ਨਾਮ ਹੈ ਘਰ ਸੰਤਤ ਨਹਿ ਹੋਤ। ਭਾਈ ਆਦਮ ਜੀ ਜਿਨ੍ਹਾਂ ਦਾ ਨਾਮ ਹੈ, ਬਹੁਤ ਸਮਾਂ ਗੁਜ਼ਰ ਗਿਆ ਪਰ ਘਰ ਦੇ ਵਿੱਚ ਕੋਈ ਬਾਲ ਨਿਆਣਾ ਇਹ ਪਰਮੇਸ਼ਰ ਦੀ ਦਾਤ ਪ੍ਰਾਪਤ ਹੋਈ ਨਾ। ਸਵਈਆ ਆਦਮ ਨਾਮ ਪਾਇਓ ਤਿਸ ਬੰਸ ਮੈਂ ਕਾਰਿ ਕਰ ਕ੍ਰਿਸ਼ ਭਾਗ ਮਿਲੰਦਾ। ਵੱਡੇ ਭਾਗਾਂ ਵਾਲੇ ਭਾਈ ਆਦਮ ਜੀ ਨਿਤਾ ਪ੍ਰਤੀ ਕ੍ਰਿਸ਼ ਦੀ ਕਾਰ ਕਹੀਏ ਖੇਤੀਬਾੜੀ ਜ਼ਿਮੀਦਾਰੀ ਕਰਦੇ ਨੇ। ਨੰਦਨ ਹੋਵਨ ਕੁਚਿਤ ਵੈ ਬਹੁ ਕਾਲ ਬਿਤਾਵਤ ਚਿਤ ਆਨੰਦਾ। ਬਹੁਤ ਸਮੇਂ ਦੀ ਉਡੀਕ ਦੰਪਤੀ ਵਿਚਾਰਦੇ ਨੇ ਕਿ ਸਾਡੇ ਘਰ ਵਿੱਚ ਇੱਕ ਉੱਤਮ ਕਰਮਾਂ ਵਾਲਾ ਪੁੱਤਰ ਹੋਏ। ਬੀਤ ਗਏ ਬਹੁ ਸੰਮਤ ਯਾ ਵਿਦ ਸੰਤਤ ਨਾਹੇ ਭਈ ਸੁਖ ਕੰਦਾ। ਬਹੁਤ ਸਮਾਂ ਲੱਗ ਗਿਆ ਹੈ, ਕੋਈ ਵੀ ਵਿਧਾਤੇ ਨੇ ਦਾਤ ਦਿੱਤੀ ਨਾ। ਪੀਰ ਮਿਸਾਲ ਫਕੀਰਨ ਜਾਲ ਰਹਿਓ ਸਭ ਸੇਵਤ ਭਾਵ ਸੰਗੰਦਾ। ਤੇ ਬੜੇ ਪੀਰ ਫਕੀਰ ਔਲੀਏ ਆਦ ਮਨਾਉਣੇ ਕੀਤੇ ਪਰ ਕਿਧਰੋਂ ਵੀ ਮਨ ਦੀ ਆਸ ਇੱਛਾ ਪ੍ਰਾਪਤ ਹੋ ਸਕੀ ਨਾ। ਚਾਹੋ ਪਈ ਸੇਵਾ ਕਰਤ ਰਹਿਓ ਚਿਰ ਕਾਲਾ। ਬਹੁਤ ਸਮਾਂ ਲੱਗਦਿਆਂ ਨੂੰ ਸੇਵਾ ਕਰਦਿਆਂ ਨੂੰ ਲੱਗ ਗਿਆ ਤੇ ਜਦ ਬੜੇ ਪੀਰ ਫਕੀਰ ਮਨਾਏ ਪਰ ਕਿਤੋਂ ਦਾਤ ਨਾ ਮਿਲੀ। ਸੰਤਤ ਕੀ ਅਬਲਾਖ ਮਿਸਾਲਾ। ਨਿਤਾ ਪ੍ਰਤੀ ਸੰਤਤ ਦੀ ਆਸ ਇੱਛਾ ਵਧਦੀ ਗਈ। ਕਿਹਦੇ ਪ੍ਰਾਪਤ ਭਈ ਸੋ ਨਾਹੀ। ਕਿਸੇ ਪਾਸੋਂ ਵੀ ਇਹ ਦਾਤ ਜੋ ਪ੍ਰਾਪਤ ਨਾ ਹੋਈ। ਚਿੰਤਾ ਚਿਤਵਤ ਬਹੁ ਚਿਤ ਮਾਹੀ। ਦਿਨ ਰਾਤ ਬਾਬਾ ਆਦਮ ਜੀ ਇਹ ਚਿੰਤਾ ਦੇ ਵਿੱਚ ਭਰੇ ਰਹਿੰਦੇ ਨੇ। ਕੋ ਇਕ ਮਿਲਿਓ ਸਿੱਖ ਜਪ ਗੁਰ ਕੋ। ਤੇ ਕੋਈ ਇੱਕ ਦਿਨ ਐਸਾ ਗੁਰੂ ਦਾ ਸਿੱਖ ਮਿਲਿਆ ਇਹ ਸੋ ਕਹਿਓ ਮਨੋਰਥ ਉਰ ਕੋ। ਤੇ ਉਸ ਸਿੱਖ ਨੂੰ ਆਪਣੇ ਮਨ ਦਾ ਮਨੋਰਥ ਕਿਹਾ। ਨੀਕੇ 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 ਕੀਨੇ ਅਨਕ ਉਪਦੇਸ਼। ਉਹ ਗੁਰੂ ਕੇ ਸਿੱਖ ਨੇ ਭਾਈ ਆਦਮ ਦੀ ਇਹ ਵਿਚਾਰ ਨੂੰ ਸੁਣ ਕੇ ਇਹ ਉਸਦੇ ਕਲਿਆਣਤਾ ਲਈ ਬਚਨ ਕਹੇ। ਮਾਨੋ ਮੇਰੋ ਕਹਿਓ ਵਿਸ਼ੇਸ਼। ਕਿ ਮਾਨੋ ਮੇਰਾ ਕਹਿਆ ਹੋਇਆ ਭਾਈ ਆਦਮ ਜੀ ਮੰਨਣਾ ਕਰੋ। ਸ੍ਰੀ ਨਾਨਕ ਭੇ ਜਗ ਅਵਤਾਰ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਿਹੜੇ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ
ਸੰਸਾਰ ਦੇ ਜੀਵਾਂ ਦੇ ਉਧਾਰ ਕਲਿਆਣ ਲਈ ਆਏ ਨੇ। ਨਿਰੰਕਾਰ ਕੇ ਬਨੇ ਆਕਾਰ, ਜਿਹੜੇ ਨਿਰੰਕਾਰ ਪਰਮੇਸ਼ਰ ਜੀ ਦਾ ਸਰਗਣ ਸਰੂਪ ਨੇ। ਤਿਨ ਪੀਛੈ ਗੁਰ ਅੰਗਦ ਭਇਓ, ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਕਰਕੇ ਚਲੇ ਗਏ। ਤਿੰਨਾਂ ਦੀ ਜੋਤ ਦੂਸਰੇ ਪਾਤਸ਼ਾਹ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਵਿੱਚ ਪ੍ਰਕਾਸ਼ਿਤ ਹੈ। ਅਮਰਦਾਸ ਪੁਨ ਤਿਸ ਥਲ ਥਿਓ, ਗੁਰੂ ਅੰਗਦ ਦੇਵ ਮਹਾਰਾਜ ਜੀ ਤੋਂ ਬਾਅਦ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਜੋਗ ਜਗਾਉਂਦੇ ਨੇ। ਤੀਨੋਂ ਪਾਤਸ਼ਾਹੋ ਤੇ ਪਾਛੇ, ਸਮਾਂ ਲੰਘ ਗਿਆ ਤੇ ਇਹ ਜੋ ਸਰੀਰ ਬਿਰਸਨਹਾਰ ਹੈ ਜਗਤ ਦੀ ਮਰਿਆਦਾ ਦੀ ਅਨੁਸਾਰ ਤੀਸਰੇ ਪਾਤਸ਼ਾਹ ਪੰਜ ਭੂਤਿਕ ਦੇਹ ਨੂੰ ਤਿਆਗ ਕਰਕੇ ਜੋਤ ਕੋਲਾ ਜੁਗਤ ਸਹਿ ਸਹਿ ਕਾਇਆ ਫੇਰ ਪਲਟੀਏ ਵਾਲੀ ਵਿਚਾਰ ਕਰਦੇ ਹੋਏ ਗੁਰੂ ਅਮਰਦਾਸ ਮਹਾਰਾਜ ਜੀ ਦੀ ਜੋਤ ਸ੍ਰੀ ਗੁਰੂ ਰਾਮਦਾਸ ਸੋਢੀ ਸੁਲਤਾਨ ਸਤਿਗੁਰਾਂ ਵਿੱਚ ਪ੍ਰਕਾਸ਼ਿਤ ਹੋਈ। ਜਤਰਤ ਗੁਰੂ ਭਏ ਅਬਿਆਸ਼ੇ, ਹੁਣ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਮਹਾਰਾਜ ਨੇ ਸਤਿਗੁਰ ਰਾਮਦਾਸ ਜਿਨ ਨਾਮ, ਜਿਨ੍ਹਾਂ ਦਾ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਨਾਮ ਹੈ। ਪੂਰਨ ਕਰਹਿ ਸੰਪੂਰਨ ਕਾਮ, ਜਿਹੜੇ ਆਪਣੇ ਦਾਸਾਂ ਦੇ ਸਾਰੇ ਕਾਰਜਾਂ ਨੂੰ ਪੂਰਨ ਕਰਨ ਵਾਲੇ ਦਇਆ ਦੇ ਘਰ ਨੇ। ਕਰ ਸੇਵਾ ਤਿਨ ਕੀ ਅਬ ਜਾਏ, ਇਹ ਭਾਈ ਆਦਮ ਜੀ ਉਹ ਗੁਰੂ ਨਾਨਕ ਦਾ ਦਰ ਘਰ ਹੈ ਜਿੱਥੋਂ ਸਾਰੀਆਂ ਮੁਰਾਦਾਂ ਕਾਮਨਾਵਾਂ ਇੱਛਾਵਾਂ ਪੂਰੀਆਂ ਹੁੰਦੀਆਂ ਨੇ, ਝੋਲੀਆਂ ਭਰਦੀਆਂ ਨੇ ਤੇ ਪਰਮੇਸ਼ਰ ਦਾ ਦਰ ਐਡਾ ਵੱਡਾ ਹੈ। ਦਿੰਦਾ ਦੇ ਲੈਂਦੇ ਥੱਕ ਪਾਏ, ਜੁਗਾ ਜੁਗੰਤਰ ਖਾਹੀ ਖਾਏ। ਜਾਓ ਗੁਰੂ ਨਾਨਕ ਦੇ ਦਰ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੀ ਹਜ਼ੂਰੀ ਜਾਓ, ਤਿਨਾਂ ਨੂੰ ਬਿਨੇ ਬੇਨਤੀ ਕਰੋ। ਪੁੱਤਰ ਕਾਮਨਾ ਤਹਤੇ ਪਾਏ, ਇਹ ਆਪ ਦੇ ਮਨ ਦੀ ਅਭਿਲਾਖਾ ਇਹ ਬਾਲ ਨਿਆਣੇ ਦੀ ਪੁੱਤਰ ਦੀ ਉਹ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਤੋਂ ਪੂਰੀ ਹੋਏਗੀ। ਆਦਮ ਜਾਟ ਬਾਤ ਸਿੱਖ ਸੁਨ ਕੇ, ਭਾਈ ਆਦਮ ਜੀ ਇਹਨਾਂ ਨੇ ਜਦੋਂ ਸਿੱਖ ਦੇ ਇਹ ਬਚਨ ਸੁਣੇ ਨੇ, ਬ੍ਰਿਧ ਅਵਸਥਾ ਆਪਣੀ ਗੁਣ ਕੈ, ਆਪਣੀ ਬਿਰਧ ਅਵਸਥਾ ਨੂੰ ਦੇਖ ਕੇ ਕੁਝ ਚਿੱਟਾ ਦਾਣਾ ਦੇਖ ਕਰਕੇ ਮਨ ਦੇ ਵਿੱਚ ਵਿਚਾਰਨ ਲੱਗੇ। ਸ਼ਸ਼ਕ ਬ੍ਰਿਟ ਕੇ ਫਲ ਹੋਏ ਕੈਸੇ, ਇਹ ਵਿਚਾਰਦੇ ਨੇ ਸੁੱਕੇ ਦਰਖਤ ਨੂੰ ਕਦੇ ਫਲ ਪੱਤੇ ਨਹੀਂ ਲੱਗਿਆ ਕਰਦੇ। ਸੰਸੈ ਹੋਤ ਵਿਚਾਰਤ ਐਸੇ, ਫਿਰ ਵੀ ਸ਼ੰਕੇ ਦੇ ਵਿੱਚ ਪਏ ਹੋਏ ਬਾਬਾ ਆਦਮ ਜੀ ਇਹਨਾਂ ਗੱਲਾਂ ਨੂੰ ਵਿਚਾਰਦੇ ਚਿਤਾਰਦੇ ਸਨ। ਚਿਤਵਤ ਚਿੰਤਪਨ ਹੈ ਚਿਤ ਠਾਨੀ, ਦਿਨ ਰਾਤ ਜਿਹੜੀ ਮਨ ਦੀ ਚਿੰਤਾ ਫਿਕਰ ਸੀ ਉਹ ਵੱਧਦੀ ਗਈ। ਜੇਕਰ ਹਉ ਗੁਰ ਸੇਵ ਮਹਾਨੀ, ਵਿਚਾਰਦੇ ਨੇ ਜੇਕਰ ਮੈਂ ਸਤਿਗੁਰਾਂ ਦੀ ਸ਼ਰਨ ਹਜ਼ੂਰੀ ਵਿੱਚ ਗਿਆ ਤੇ ਗੁਰੂ ਕੀ ਸੇਵਾ ਕੀਤੀ, ਹੋਏ ਜੇ ਨਹੀਂ ਪੁੱਤਰ ਅਬ ਮੇਰੇ, ਜੇਕਰ ਮੇਰੇ ਧੀ ਪੁੱਤਰ ਨਾ ਵੀ ਹੋਇਆ ਤੇ ਮੇਰੀ ਸੇਵਾ ਫਿਰ ਵੀ ਪ੍ਰਵਾਨ ਸਫਲ ਹੋਏਗੀ। ਪਾਵੋ ਗਤ ਪਰ ਲੋਕ ਅਸ਼ੇਰੇ, ਉਹ ਪਰਮ ਮੁਕਤੀ ਦੀ ਦਾਤ ਗੁਰਾਂ ਦੇ ਪਾਸੋਂ ਸੇਵਾ ਕਰਕੇ ਪਾ ਸਕਾਂਗਾ। ਇਹਨਾਂ ਵਿਚਾਰਾਂ ਨੂੰ ਬਾਬਾ ਆਦਮ ਜੀ ਵਿਚਾਰਦੇ ਹੋਏ ਇਕ ਮਨ ਠਾਨ ਸੰਗ ਲੈ ਦਾਰਾ, ਇਹ ਵਿਚਾਰ ਕਰਕੇ ਆਪਣੀ ਤ੍ਰਿਆ ਘਰ ਵਾਲੀ ਨੂੰ ਨਾਲ ਲਿਆ ਹੈ। ਗੁਰ ਕੀ ਸੇਵਾ ਹਿਤ ਪਧਾਰਾ, ਸਤਿਗੁਰਾਂ ਦੀ ਸੇਵਾ ਹਿਤ ਵਾਸਤੇ
ਬਾਬਾ ਆਦਮ ਜੀ ਦੋਨੋਂ ਦੰਪਤੀ ਚੱਲ ਪਏ। ਕਰੀ ਦੂਰ ਤੇ ਬੰਧਨ ਜਾਏ। ਚਲਦੇ ਚਲਦੇ ਪੁੱਛੋ ਮੰਡੀ ਇਹ ਬਠਿੰਡਾ ਤੋਂ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਮਹਾਰਾਜ ਪੁੱਜੇ ਨੇ। ਸੰਗਤ ਬਿਖਰ ਰਹਿਓ ਕਰ ਥਾਏ। ਤੇ ਜਿੱਥੇ ਸੰਗਤਾਂ ਦੇ ਡੇਰੇ ਨੇ ਡੇਰਾ ਲਾ ਕੇ ਦੋਨੋਂ ਦੰਪਤੀ ਰਹਿਣ ਲੱਗੇ। ਕਾਸਤ ਸਿਸ਼ਕ ਭਾਰ ਤੋਏ ਮਨ। ਤੇ ਹੁਣ ਸੇਵਾ ਕਰਦੇ ਨੇ ਜੰਗਲ ਬਣ ਵਿੱਚ ਜਾ ਕੇ। ਦੋ ਲੱਕੜੀਆਂ ਦੇ ਭਾਰ ਨੂੰ ਲੈ ਆਉਂਦੇ ਨੇ। ਇੱਕ ਤੋੜ ਕੇ ਆਪਨ ਠਿਕਾਨਾ। ਦੋ ਭਾਰ ਨੂੰ ਵੱਡਾ ਲਿਆਉਂਦੇ ਨੇ ਵੱਢ ਕਰਕੇ ਇੱਕ ਤੋਂ ਆਪਣੇ ਡੇਰੇ ਫੜਾਤੇ ਆਪਣੇ ਦੇ ਦੂਸਰੀ ਗੁਰੂ ਕੇ ਲੰਗਰ ਦੀ ਖਾਸ ਦੇ ਹੱਟ। ਏ ਗੁਰੂ ਕੀ ਹੋਵਤ ਜਨਵਾ। ਜਿੱਥੇ ਗੁਰੂ ਕੇ ਲੰਗਰ ਦੀ ਦੂਰ ਨੇੜੇ ਦੀਆਂ ਸੰਗਤਾਂ ਯਾਤਰੀ ਸਾਰੇ ਗੁਰੂ ਕੇ ਲੰਗਰ ਤੋਂ ਪ੍ਰਸ਼ਾਦ ਰੂਪ ਛਕਦੇ ਨੇ। ਦੂਸਰ ਭਾਰ ਦੇਤ ਭਾਤ ਤੇ ਹਮਾਰ। ਦੂਸਰਾ ਭਾਰ ਲੰਗਰ ਦੇ ਵਿੱਚ ਦੇ ਦਿੰਦੇ ਨੇ। ਇੱਕ ਘਰ ਵਿੱਚ ਸਾਂਭ ਕੇ ਰੱਖ ਲੈਂਦੇ ਨੇ ਕਿ ਜਦ ਜ਼ਰੂਰਤ ਪਏਗੀ ਉਸ ਵੇਲੇ ਦੇ ਦਿਆਂਗੇ। ਆਪਣੇ ਪਾਸ ਤੇ ਕਰਤ ਵਹਾਰ। ਪਰ ਜਿਹੜਾ ਭੋਜਨ ਪ੍ਰਸ਼ਾਦਾ ਹੈ ਉਹ ਮਾਏ ਗੁਰਪੁਰਬ ਤਿਉਹਾਰ ਤੇ ਭਾਈ ਪ੍ਰਸ਼ਾਦ ਰੂਪ ਵਿੱਚ ਛਕ ਲੈਂਦੇ ਨੇ। ਨਹੀਂ ਤਾਂ ਆਪਣਾ ਭੋਜਨ ਕਿਰਤ ਕਰਕੇ ਹੀ ਛਕਦੇ ਨੇ ਤੇ ਇਹ ਗੁਰੂ ਘਰ ਦੀ ਸੇਵਾ ਕਰਦੇ ਹਨ। ਇਸ ਪ੍ਰਕਾਰ ਗੁਰੂ ਕੀ ਕਰਤਾਰ। ਇਹ ਗੁਰੂ ਹੀ ਗੁਰਮਤਿ ਬੜੇ ਹਿਤ ਚਿਤ ਸੇਵਾ ਕਰਨ ਲੱਗੇ। ਹੱਥ ਬਾਤ ਰਹਿਤ ਵਿਸਾਏ। ਛੇ ਮਹੀਨੇ ਭਾਈ ਪਰਮ ਪ੍ਰੇਮ ਦੇ ਨਾਲ ਸੇਵਾ ਕਰਦਿਆਂ ਲੱਗ ਗਏ। ਸੇਵੈ ਸਤਿਗੁਰ ਹਿਤ ਨਿਕਲਾਏ। ਬੜੇ ਹਿਤ ਚਿਤ ਦੇ ਨਾਲ ਗੁਰੂ ਦੀ ਸੇਵਾ ਕਰਦੇ ਸਨ। ਏਕ ਸਮੈ ਗੁਰ ਬਹਿਰ ਸਿਧਾਏ। ਕਥਾ ਨੂੰ ਸੁਣਨ ਵਾਲੇ ਸਰੋਤੇ ਜਨੋ ਭਾਈ ਰਾਮ ਕੋਇਲ ਜੀ ਵਰਣਨ ਕਰਦੇ ਨੇ। ਇੱਕ ਸਮੇਂ ਚੌਥੇ ਪਾਤਸ਼ਾਹ ਜੀ ਸੇਵਕਾਂ ਦੀ ਆਸ ਇੱਛਾ ਪੂਰਨ ਲਈ ਦਰਸ਼ਨ ਦੇਣ ਲਈ ਨਗਰ ਤੋਂ ਬਾਹਰ ਗਏ। ਨਿਤ ਕਰਦੇ ਉਸ ਬੀਤੇ ਪੁਨ ਆਏ। ਕਈ ਦਿਨਾਂ ਬਾਅਦ 3-4 ਦਿਨ ਲੰਘ ਕੇ ਵਾਪਸ ਤੀਸਰੇ ਚੌਥੇ ਦਿਨ ਮਹਾਰਾਜ ਆਏ ਨੇ। ਤਬ ਹੀ ਹੁਤੋ ਸੀਤ ਕੋ ਕਾਰ। ਤੇ ਕੁਝ ਰਾਤ ਦਾ ਵੇਲਾ ਸੀ। ਠੰਡ ਸਰਦੀ ਦੀ ਰੁੱਤ ਸੀ। ਹਰ ਵਰਖਾ ਭਈ ਤਹਾਂ ਵਿਸਾਲ। ਤੇ ਜੇ ਬਹੁਤ ਦਿਨ ਹੋ ਗਏ ਸਨ ਬਾਰਿਸ਼ ਵੀ ਬੇਅੰਤ ਪੈ ਰਿਹਾ ਸੀ। ਸੋ ਹੋਰਾ ਸੰਗਤ ਗੁਰ ਕੇ ਸੰਗ ਤਬ ਬੁੱਧੀ ਬਹੁਤ ਤਹਿਰਾਏ। ਇੱਕ ਤਾਂ ਗੁਰਦੇਵ ਪਾਤਸ਼ਾਹ ਦੂਰ ਸੇਵਕਾਂ ਦੇ ਭਲਾਖਾ ਲਈ ਗਏ। ਦੂਰ ਨੇੜੇ ਦੀਆਂ ਸੰਗਤਾਂ ਮਹਾਰਾਜ ਜੀ ਦੇ ਦਰਸ਼ਨ ਕਰਨ ਆਈਆਂ। ਉੱਤਰ ਦੱਖਣ ਪੂਰਬ ਪੱਛਮ ਲਾਹੌਰ ਤੋਂ ਕੋਈ ਦੱਖਣ ਤੋਂ ਕੋਈ ਪਿਸ਼ੌਰ ਮੁਲਤਾਨ ਤੋਂ ਆਦਿ ਇਲਾਕਿਆਂ ਤੋਂ ਬਹੁਤ ਗਿਣਤੀ ਵਿੱਚ ਇਕੱਠੀਆਂ ਹੋ ਗਈਆਂ। ਦੂਸਰਾ ਭਾਈ ਸਤਿਗੁਰੂ ਜੀ ਦੇ ਦਰਸ਼ਨਾਂ ਦੀ ਅਵਲਾਖਾ ਲਈ ਬੇਅੰਤ ਸੰਗਤਾਂ ਗੁਰਾਂ ਦੇ ਨਾਲ ਆਈਆਂ। ਭਇਓ ਸੀਤ ਸਭ ਹੁਣ ਕੋ ਸਿੱਖ ਮਿਲੇ ਸਮੁਦਾਏ। ਅੰਤ ਬਾਰਿਸ਼ ਤੇ ਠੰਡ ਦੀ ਰੁੱਤ ਹੈ ਜਿਹਦੇ ਕਰਕੇ ਇਹ ਭਾਈ ਦੂਰ ਦੂਰ ਸੰਗਤਾਂ ਦੇ ਡੇਰੇ ਲੱਗੇ ਹੋਏ ਸਨ। ਜਾਓ ਮਈ ਆਤਮ ਜਾਤ ਤਬੇ ਕਟ ਕਸਕ। ਬਾਬਾ ਆਦਮ ਜੀ ਨੇ ਇਹ ਸੇਵਾ ਦਾ ਵੇਲਾ ਜਾਣ ਕਰਕੇ ਕਿ ਜਿਹੜੇ ਮੈਂ ਪੰਡਾ ਲੱਕੜ ਦੇ ਭਾਰ ਮੰਡ ਬੰਨ ਕਰਕੇ ਰੱਖਦਾ ਹਾਂ। ਈਂਦਨ ਅਤਿ ਕੋ ਟਿਕ ਦਿਸ ਕੈ।
ਤੇ ਜਿਸ ਬਾਬਾ ਆਦਮ ਜੀ ਨੇ ਬਹੁਤ ਸਾਰੀ ਲੱਕੜ ਆਪਣੇ ਘਰ ਵਿੱਚ ਸਕੇਲ ਕੇ ਇਕੱਠੀ ਕਰਕੇ ਰੱਖੀ ਸੀ। ਇਕ ਇਕ ਭਾਰ ਸਕੇਲਿਓ ਜੋਏ। ਇੱਕ ਇੱਕ ਭਾਰ, ਦੋ ਭਾਰ ਲਿਆਉਂਦੇ ਸਨ ਬਣ ਵਿੱਚੋਂ, ਇੱਕ ਘਰ ਵਿੱਚ ਪੜਾ ਤੇ ਰੱਖ ਲੈਂਦੇ ਸਨ। ਸੰਗਤ ਵਿਖੈ ਦੇਤ ਭਾਸੋਏ। ਤੇ ਉਹ ਜਿਹੜੇ ਜਮਾ ਕੀਤੇ ਹੋਏ ਲੱਕੜਾਂ ਸਭਨਾਂ ਦੀ ਭਾਰ ਨੇ ਉਹ ਸੰਗਤਾਂ ਦੇ ਪੜਾਵਾਂ ਤੇ ਜਾ ਕਰਕੇ ਲਗੇ ਅੰਗੀਠੇ ਸਭ ਕੇ ਡੇਰੇ। ਸਾਰਿਆਂ ਦੇ ਡੇਰਿਆਂ ਤੇ ਜਾ ਕੇ ਸੰਗਤਾਂ ਦੀ ਠੰਡ ਦੂਰ ਕਰਨ ਲਈ ਇੱਕਦਮੀ ਕਣੀ ਚ ਭਿੱਜੀਆਂ ਹੋਈਆਂ ਸੰਗਤਾਂ ਭੋਜਨ ਆਦਿ ਤੋਂ ਬਿਆਕਲ ਵੀ ਸਨ। ਵੱਡਾ ਰਸਤਾ ਪੈਂਡਾ ਤੈਅ ਕਰਕੇ ਬਾਬਾ ਆਦਮ ਜੀ ਨੇ ਸੰਗਤਾਂ ਨੂੰ ਬਾਸ ਠੰਡ ਜਾਣ ਕੇ ਸੁੱਕੀਆਂ ਲੱਕੜਾਂ ਜਾ ਕੇ ਸਾਰਿਆਂ ਦੇ ਡੇਰਿਆਂ ਤੇ ਅੰਗੀਠੇ ਵਾਲੇ ਮਿਟਿਓ ਸੀਤ ਭਾ ਆਨੰਦ ਕਨੇਰੇ। ਸਾਰੀਆਂ ਸੰਗਤਾਂ ਜਿਹੜੀਆਂ ਠੰਡ ਦੇ ਨਾਲ ਬੇਵਰ ਸਨ, ਸਾਰਿਆਂ ਦੀ ਜਿਹੜੀ ਸੀਤ ਸੀ ਠੰਡ ਸੀ ਉਹ ਮਿਟ ਗਈ। ਉੱਚੇ ਖਲ ਹਵੈ ਕਰ ਤਿਸ ਬਾਰੀ। ਤੇ ਇਧਰੋਂ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਉੱਚੇ ਥਾਂ ਤੇ ਖੜਿਆ ਹੋ ਕੇ ਗੁਰ ਨੇ ਸੰਗਤ ਸਕਲ ਨਿਹਾਰੀ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਚੁਬਾਰੇ 'ਚ ਖੜੇ ਹੋ ਕੇ ਦੇਖਦੇ ਨੇ ਕਿ ਜਿੰਨੀਆਂ ਵੀ ਸੰਗਤਾਂ ਦੇ ਦੂਰ ਮੇੜੇ ਡੇਰੇ ਲੱਗੇ ਹੋਏ ਹਨ, ਡੇਰੇ ਸਗਲ ਅੰਗੀਠੇ ਲਾਗੇ। ਸਾਰੀਆਂ ਸੰਗਤਾਂ ਨੇ ਡੇਰੇ ਆਦਿ ਅੰਗੀਠੇ ਵਾਲੇ ਹੋਏ ਨੇ। ਵੱਡੋ ਪ੍ਰਕਾਸ਼ ਹਕਾਸਨ ਜਾਗੇ। ਵੱਡਾ ਪ੍ਰਕਾਸ਼ ਹੈ, ਸਾਰਿਆਂ ਦੇ ਡੇਰਿਆਂ ਤੇ ਧੂਣੀਆਂ ਵੱਧ ਰਹੀਆਂ, ਅੱਗ ਵੱਧ ਰਹੀ ਹੈ, ਜਿਹਦੇ ਨਾਲ ਇਹ ਭਾਈ ਸਾਰੀਆਂ ਸੰਗਤਾਂ ਦੀ ਸੱਦ ਵੀ ਠੰਡ ਵੀ ਦੂਰ ਹੋਈ ਤੇ ਬੜੇ ਸੁਖ ਆਨੰਦ ਸਹਿਤ ਬੈਠੀਆਂ ਨੇ। ਵਿਦੇ ਵਿਚਾਰ ਕਰਤ ਗੁਰ ਐਸੇ। ਧੰਨ ਗੁਰੂ ਰਾਮਦਾਸ ਮਹਾਰਾਜ ਸੋਢੀ ਸੁਲਤਾਨ ਸਤਿਗੁਰੂ ਜੀ ਇਹ ਮਨ ਦੇ ਵਿੱਚ ਵਿਚਾਰਦੇ ਹਨ। ਕੀਰਤਨ ਇਤੋ ਮਿਲਿਓ ਇਨ ਕੈਸੇ। ਵਿਚਾਰਨ ਲੱਗੇ ਕਈ ਦਿਨ ਹੋ ਗਏ, ਬਾਰਿਸ਼ ਨਹੀਂ ਹਟੀ ਤੇ ਠੰਡ ਦੀ ਰੁੱਤ ਹੈ। ਇੰਨੀਆਂ ਸੰਗਤਾਂ ਸੈਂਕੜੇ ਦੀ ਗਿਣਤੀ ਵਿੱਚ ਆਈਆਂ ਹੋਈਆਂ ਨੇ। ਐਸੇ ਸਮੇਂ ਵੇਲੇ ਇੰਨੀ ਲੱਕੜ ਕਿਸਨੇ ਲਿਆ ਕੇ ਦਿੱਤੀ ਹੈ? ਨਹੀਂ ਸਮੀਪ ਰਹਾ ਕਿਸ ਥਾਨ। ਇੱਥੇ ਤਾਂ ਕੋਲ ਨੇੜੇ ਕੋਈ ਥਾਂ ਜੰਗਲ ਵਨ ਨਹੀਂ ਹੈ ਜਾਂ ਕੋਈ ਐਸੀ ਜਗ੍ਹਾ ਨਹੀਂ ਹੈ ਜੋ ਕਿ ਲਿਆ ਕੇ ਦੇ ਦੇਵਨ। ਕਿਸਨੇ ਦੀਨਸ ਇਨ ਕੋ ਆਨ। ਸਿੱਖ ਦੇ ਪਾਸੋਂ ਪੁੱਛਦੇ ਨੇ ਭਾਈ ਕਿਸਨੇ ਇਹ ਸੰਗਤਾਂ ਦੀ ਅੰਗੀਠੀਆਂ ਬਾਲ ਕੇ ਸੇਵਾ ਕੀਤੀ ਹੈ? ਭਈ ਪ੍ਰਭਾਤ ਸਭਾ ਜਪ ਹੋਈ। ਕਥਾ ਨੂੰ ਸੁਣਨ ਵਾਲੇ ਸਰੋਤੇ ਜਨੋ ਜਦ ਪ੍ਰਭਾਤ ਦਿਨ ਕਰ ਚੜਿਆ ਹੈ, ਅੰਮ੍ਰਿਤ ਵੇਲਾ ਹੋਇਆ। ਦੇਖਨ ਦਰਸ ਆਏ ਸਭ ਕੋਈ। ਸਾਰੀਆਂ ਸੰਗਤਾਂ ਦੂਰ ਨੇੜੇ ਤੋਂ ਜੋ ਆਈਆਂ ਸਨ ਜੀ, ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰਸ਼ਨ ਪਰਸਨ ਲਈ ਆ ਗਈਆਂ। ਸ੍ਰੀ ਗੁਰੂ ਰਾਮਦਾਸ ਸਭ ਸੰਗ। ਗੁਰੂ ਰਾਮਦਾਸ ਮਹਾਰਾਜ ਜੀ ਜਿੰਨੀਆਂ ਵੀ ਸੰਗਤਾਂ ਨੇ ਬੂਝਿਓ ਈਤਨ ਕੇਨ ਪ੍ਰਸੰਗ। ਉਹ ਸਾਰੇ ਲੱਕੜ ਬਾਲਣ ਦਾ ਪ੍ਰਸੰਗ ਸੰਗਤਾਂ ਦੇ ਪਾਸੋਂ ਪੁੱਛਦੇ ਨੇ ਕਿ ਭਾਈ ਇਹ ਜਿਹੜੀ ਸੇਵਾ ਕਿਸਨੇ ਕੀਤੀ ਹੈ? ਸਭ ਨੇ ਕਹਿਓ ਸਿੱਖ ਹੈ ਕੋਈ। ਇਹ ਸਾਰੇ ਕਹਿਣ ਲੱਗੇ ਮਹਾਰਾਜ ਜੋ ਫਲਾਨਾ ਸਿੱਖ ਹੈ ਬਾਬਾ ਆਦਮ ਨੇ। ਦੇਖ ਫਿਰ ਓਡੇ ਰਨ ਮਹਿ ਸੋਏ। ਬਾਬਾ ਆਦਮ ਜੀ ਸਾਰੀਆਂ ਸੰਗਤਾਂ ਦੇ ਡੇਰਿਆਂ ਤੇ ਜਾ ਕੇ ਸੇਵਾ ਕਰ ਰਹੇ ਸਨ। ਬਤੌ ਰਸੋਈਆ ਗੁਰ ਕੇ ਪਾਸ। ਤੇ ਇੱਕ ਰਸੋਈਆ ਲਾਂਦਰੀ ਸਿੰਘ ਸਤਿਗੁਰੂ ਜੀ ਦੇ ਹਜ਼ੂਰ ਸੀ। ਬਿਨ ਪੀ ਕਰੀ
ਉਸਨੇ ਵੀ ਇਹ ਅਰਦਾਸ ਬੇਨਤੀ ਸਹਿਤ ਸਤਿਗੁਰਾਂ ਨੂੰ ਕਹਿਣਾ ਕੀਤਾ। ਦੇਖ ਵਿਖੈ ਇਕ ਭਾਰ ਵਿਸਾਲ ਨਾਗਰੀ ਸਿੰਘ ਕਹਿਣ ਲੱਗਿਆ, ਹੇ ਗੁਰੂ ਰਾਮਦਾਸ ਮਹਾਰਾਜ ਜੀ, ਦੇਖਦੇ ਚ ਗੁਰੂ ਕੇ ਲੰਗਰ ਵਿੱਚ ਰੋਜ਼ ਨਾ ਭਾਈ ਆਦਮ ਜੀ ਦੋਨੋਂ ਦੰਪਤੀ ਲੱਕੜਾਂ ਦਾ ਭਾਰ ਦੇ ਕੇ ਜਾਂਦੇ ਹਨ। ਵੇਦ ਰਹਿਓ ਨਿਤ ਕੇਤਿਕ ਕਾਲ ਬਹੁਤ ਸਮਾਂ ਇਹ 6 ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹੈ ਤੇ ਸਦਾ ਬੜੇ ਹਿਤ ਚਿਤ ਸਹਿਤ ਗੁਰੂ ਕੇ ਲੰਗਰ ਦੀ ਸੇਵਾ ਕਰਦੇ ਨੇ। ਅੰਤਰ ਜਾਮੀ ਸਭ ਕੁਝ ਜਾਣੀ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਸ਼ਾਨਤ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਸਾਰੇ ਮਨ ਦੀ ਬਾਰਤਾ ਜਾਣੀ। ਤਉ ਕਹੇ ਪਰ ਘਾਲ ਪਛਾਨੀ ਤੇ ਫਿਰ ਵੀ ਤਉ ਕਹੇ ਪਰ ਘਾਲ ਪਛਾਨੀ ਤੇ ਇਹ ਸੇਵਕ ਸਿੱਖ ਦੀ ਘਾਲ ਸੇਵਾ ਯਾਦ ਕਰਕੇ ਸ੍ਰੀ ਗੁਰੂ ਰਾਮਦਾਸ ਸੁਖਦਾਨੀ ਸੁਖਾਂ ਦੇ ਦਾਤੇ ਧੰਨ ਗੁਰੂ ਰਾਮਦਾਸ ਜੀ। ਸਭ ਸਿੱਖਿਆ ਮੈਂ ਤਬਹਿ ਬਖਾਨੀ ਸਾਰੇ ਸਿੱਖਾਂ ਦੇ ਉਧਾਰ ਲਈ ਕਲਿਆਣਤਾ ਲਈ ਬਾਬਾ ਆਦਮ ਜੀ ਦੀ ਸੇਵਾ ਤੇ ਸੇਵਾ ਵਿੱਚੋਂ ਪ੍ਰੇਮ ਭਾਵਨਾ ਨੂੰ ਦੇਖ ਕੇ ਇਹ ਬਚਨ ਕਹੇ ਖੋਜੋ ਸਿੱਖ ਸੋ ਲਿਆਵੋ ਜਾਏ ਕਿ ਜਾਓ ਜਾ ਕਰਕੇ ਸਿੱਖ ਨੂੰ ਬਾਬਾ ਆਦਮ ਜੀ ਇਹਨਾਂ ਦੇ ਡੇਰੇ ਤੋਂ ਲੈ ਆਓ। ਜਿਸਨੇ ਘਾਲੀ ਘਾਲ ਸੋਖਾਏ ਜਿਨ੍ਹਾਂ ਨੇ ਗੁਰੂ ਕੇ ਲੰਗਰ ਦੀ ਬੜੀ ਸੇਵਾ ਕੀਤੀ ਹੈ ਕੌਣ ਮਨੋਰਥ ਹੈ ਤਿਸ ਕੇਰਾ ਤੇ ਸੇਵਾ ਕਿਸ ਕਾਮਨਾ ਕਰਕੇ ਕੀਤੀ, ਕੀ ਮਨ ਦੀ ਅਭਿਲਾਖਾ ਮਨੋਰਥ ਹੈ ਸੋ ਪੂਰਨ ਕਰ ਹੈ ਬਿਨ ਤੇਰਾ ਉਹ ਸਤਿਗੁਰੂ ਜੀ ਕਹਿਣ ਲੱਗੇ ਬਾਬਾ ਆਦਮ ਜੀ ਦੇ ਉਹ ਭਾਵਨਾ ਸ਼ਰਧਾ ਪੂਰੀ ਕਰੀਏ। ਦੋਹਰਾ ਸੁਰਤ ਸਿੱਖ ਵਿਸਥਾਨ ਕੋ ਖੋਜੋ ਜਹਾਨ ਇਹ ਸੁਣ ਕੇ ਬਾਬਾ ਆਦਮ ਜੀ ਜਿਸ ਥਾਂ ਤੇ ਰੁਕੇ ਹੋਏ ਸਨ ਡੇਰਾ ਸਿੰਘ ਜੀ ਸਿੱਖ ਨੇ ਜਾ ਕੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਬਚਨ ਕਹੇ। ਲੈ ਗਮਨੇ ਤਤਕਾਲ ਹੀ ਸੰਗ ਚਲਿਓ ਲਸੰਤ ਬਾਬਾ ਆਦਮ ਜੀ ਨੂੰ ਲੈ ਕੇ ਚੱਲ ਪਏ। ਭਾਈ ਆਦਮ ਜੀ ਬੜੇ ਉਤਸ਼ਾਹ ਦੇ ਨਾਲ ਕਿ ਗੁਰਾਂ ਦਾ ਹੁਕਮ ਆਇਆ ਹੈ, ਸਤਿਗੁਰਾਂ ਦੇ ਦਰਸ਼ਨ ਲਈ ਚੱਲ ਪਏ। ਜਾਓ ਪਈ ਜਾਏ ਕਈ ਬੰਧਨ ਕਰ ਜੋਰ ਦੋਵੇਂ ਹੱਥ ਜੋੜ ਕੇ ਜਾ ਕੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨ ਕਮਲਾਂ ਵਿੱਚ ਬੰਦਨਾ ਕੀਤੀ। ਹਾਨੋ ਭਇਓ ਬਦਨ ਕੀ ਔਰ ਦੋਵੇਂ ਹੱਥ ਜੋੜ ਕੇ ਗੁਰਾਂ ਦੇ ਸਨਮੁਖ ਖੜੇ ਹੋ ਗਏ ਨੇ। ਦੇਖ ਗੁਰੂ ਨੇ ਬਾਤ ਉਚਾਰਾ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਭਾਈ ਆਦਮ ਜੀ ਵੱਲ ਦੇਖ ਕੇ ਕਹਿਣ ਲੱਗੇ, ਕੌਣ ਮਨੋਰਥ ਤੈ ਉਰ ਧਾਰਾ ਇਹ ਭਾਈ ਆਦਮ ਜੀ ਕੀ ਮਨੋਰਥ ਇੱਛਾ ਰੱਖ ਕੇ ਆਪਨੇ ਸੇਵਾ ਕੀਤੀ ਹੈ ਤੇਰੀ ਘਾਲ ਪਰੀ ਸਭ ਥਾਏ ਤੇ ਜਿਹੜੇ ਮਨੋਰਥ ਕਰਕੇ ਸੇਵਾ ਕੀਤੀ ਹੈ ਉਹ ਮਨੋਰਥ ਪੂਰਾ ਹੋਇਆ, ਤੇਰੀ ਘਾਲ ਥਾਏ ਪਈ। ਮੰਗ ਲਿਓ ਪਰ ਸੋ ਅਬ ਪਾਏ ਤੇ ਜੋ ਇੱਛਾ ਕਾਮਨਾ ਕਰਕੇ ਸੇਵਾ ਕੀਤੀ ਉਹ ਵਰ ਉਹ ਮੰਗ ਲਓ। ਆਦਮ ਜਾਟ ਬਾਕ ਸੁਨ ਗੁਰ ਕੋ ਭਾਈ ਆਦਮ ਜੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਬਚਨ ਸੁਣ ਕਰਕੇ ਕਹਿ ਨਹਿ ਸਕਹਿ ਮਨੋਰਥ ਹੋਰ ਕੋ ਆਪਣੇ ਮਨ ਦਾ ਮਨੋਰਥ ਕਹਿ ਸਕੇ ਨਾ। ਮੈਂ ਬਹੁ ਵਿਦ ਕਹਾ ਸੁਤ ਹੋਏ ਵਿਚਾਰਦੇ ਨੇ ਮੇਰੀ ਬਿਰਧ ਅਵਸਥਾ ਹੈ, ਕਹਾਂ ਸੁਤ ਹੋਏ
ਤੇ ਮੇਰੇ ਕੀ ਇਹ ਘਰ ਵਿੱਚ ਕੋਈ ਧੀ ਪੁੱਤਰ ਹੋਏਗਾ। ਜਾਂਤੇ ਮੰਗਤ ਭਾਨ ਹੈ ਸੋਏ। ਆਪਣੀ ਉਮਰ ਵੱਲ ਵੀ ਦੇਖਦੇ ਨੇ ਤੇ ਜਿਹਦੇ ਕਰਕੇ ਗੁਰੂ ਕੇ ਦਰਬਾਰ ਵਿੱਚ ਵਿਚਾਰਨ ਲੱਗੇ। ਬਿਰਦਾ ਬਹਰ ਭਾਰਿਆ ਮੇਰੀ। ਤੇ ਹੁਣ ਦੋਨੋਂ ਦੰਪਤੀ ਬਿਰਧ ਅਵਸਥਾ ਦੇ ਨੇੜੇ ਜਾ ਪੁੱਜੇ ਹਾਂ। ਉਚਿਤ ਨ ਕਹਿਨ ਬਾਤ ਸੁਤ ਕੇਰੀ। ਜੇ ਹੁਣ ਗੁਰਾਂ ਦੇ ਪਾਸ ਬੇਨਤੀ ਕਰਨੀ ਮਹਾਰਾਜ ਦੀ ਪੁੱਤਰ ਦੀ ਦਾਤ ਦਿਓ। ਇਹ ਬੇਨਤੀ ਕਰਨ ਵਿੱਚ ਵੀ ਲੱਜਾ ਆਉਂਦੀ ਹੈ। ਇਹਨਾਂ ਬਾਤਾਂ ਨੂੰ ਬਚਨਾਂ ਨੂੰ ਭਾਈ ਆਦਮ ਜੀ ਵਿਚਾਰਦੇ ਹੋਏ ਇਕ ਵਿਚਾਰ ਕੈ ਬਾਕ ਬਖਾਨਾ। ਇਹ ਵਿਚਾਰ ਕੇ ਗੁਰਾਂ ਦੇ ਹਜ਼ੂਰ ਬਾਬਾ ਆਦਮ ਜੀ ਨੇ ਬੇਨਤੀ ਕੀਤੀ। हे ਗੁਰ ਨਿਜ ਦਰਸ਼ਨ ਕਿਹੋ ਦਾਨਾ। ਇਹ ਮਹਾਰਾਜ ਗੁਰੂ ਰਾਮਦਾਸ ਸਤਿਗੁਰੂ ਇੱਕੋ ਹੀ ਅਬਲਾਖਾ ਹੈ, ਦਰਸ਼ਨ ਦੀ ਦਾਤ ਦਿਓ। ਰੋਜ਼ ਆਪ ਦੇ ਦਰਸ਼ਨ ਕਰੀਏ। ਖਬਰ ਨਹੀਂ ਹੋ ਬਹੁ ਲਾਖਾ। ਆਸੇ ਦੀ ਕੋਈ ਮਰਜ਼ੀ ਅਬਲਾਖਾ ਇੱਛਾ ਨਹੀਂ। ਐਸੇ ਜਬ ਆਦਮ ਨੇ ਭਾਖਾ। ਜਦ ਬਾਬਾ ਆਦਮ ਜੀ ਨੇ ਬੇਨਤੀ ਕੀਤੀ। ਹਰਿ ਕੀ ਗਤ ਨ ਅੰਤਰ ਜਾਮੀ। ਅੰਤਰ ਜਾਮੀ ਸਤਿਗੁਰਾਂ ਨੇ ਮਨ ਦੀ ਗੱਲ ਨੂੰ ਜਾਣ ਕਰਕੇ ਤੋਰੇ ਰਾਮਦਾਸ ਪ੍ਰਭ ਸੁਆਮੀ। ਗੁਰੂ ਰਾਮਦਾਸ ਮਹਾਰਾਜ ਜੀ ਸੁਖਾਂ ਦੇ ਸਵਾਮੀ ਸੁਖਾਂ ਦੇ ਘਰ ਕਹਿਣ ਲੱਗੇ। ਕਿਉ ਨ ਲੇਖ ਮਨੋਰਥ ਉਰ ਕੋ। ਇਹ ਭਾਈ ਆਦਮ ਜੀ ਜੋ ਮਨੋਰਥ ਕਰਕੇ ਆਪਨੇ ਸੇਵਾ ਕੀਤੀ ਹੈ ਉਹ ਇੱਛਾ ਦਸਣੀ ਕਰੋ। ਗੁਰ ਪ੍ਰਸੰਨ ਲਖ ਦਾਤਾ ਪਰ ਕੋ। ਤੇ ਉਹ ਸਤਿਗੁਰੂ ਕਹਿ ਲੱਗੇ ਜੋ ਮੰਗੋਗੇ ਸੋ ਸੇਵਾ ਕਰਕੇ ਪ੍ਰਾਪਤ ਹੁੰਦਾ ਹੈ। ਇਸ ਕਰਕੇ ਭਾਈ ਆਦਮ ਜੀ ਜੋ ਚਾਹੇ ਸੋ ਮੰਗ ਲਓ। ਸੁਖ ਜਨ ਮਨ ਨ ਜਾਏ ਬਖਾਨਾ। ਇਹ ਵਿਚਾਰ ਦੇ ਹੋਏ ਭਾਈ ਆਦਮ ਜੀ ਨੇ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਬੇਨਤੀ ਨਾ ਕੀਤੀ। ਕਹਿਤ ਭਇਓ ਤਿਹੁ ਦਰਸ਼ਨ ਦਾਨਾ। ਇਹ ਮਹਾਰਾਜ ਦਰਸ਼ਨ ਕੋ ਲੋਚੈ ਸਭ ਕੋਈ ਪੂਰੇ ਭਾਗ ਪ੍ਰਾਪਤ। ਜਿਨ੍ਹਾਂ ਨੂੰ ਦਰਸ਼ਨ ਹੋ ਜਾਣ ਤੇ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾਏ। ਇਸ ਕਰਕੇ ਮਹਾਰਾਜ ਇਹ ਕਿਰਪਾ ਕਰੋ ਦਰਸ਼ਨ ਦੀ ਦਾਤ ਝੋਲੀ ਵਿੱਚ ਪਾ ਦਿਓ। ਤਿਸ ਕੇ ਮਨ ਕੀ ਗਤ ਕੋ ਜਾਣ। ਬਾਬਾ ਆਦਮ ਜੀ ਦੇ ਮਨ ਦੀ ਗਤੀ ਜਾਣ ਕੇ ਕਹਿਓ ਗੁਰੂ ਜਾਵੋ ਨਿਜ ਥਾਨ। ਮਹਾਰਾਜ ਕਹਿਣ ਲੱਗੇ ਭਾਈ ਆਦਮ ਜੀ ਜਾਓ ਆਪਣੇ ਡੇਰੇ ਤੇ ਚਲੇ ਜਾਓ। ਦੋਹਰਾ ਜਾਚਿਓ ਜਾਏ ਨਾ ਤੋਹੇ ਤੇ ਪੁਨ ਆਵੋ ਪੁਨ ਸਾਰ। ਆਪ ਤੋਂ ਜਾਚਿਆ ਨਹੀਂ ਜਾਏਗਾ ਇੰਜ ਕਰਿਓ ਸਵੇਰ ਵੇਲੇ ਆ ਕਰਕੇ। ਸੇਵਾ ਤੇਰੀ ਸਫਲ ਹੋਏ ਪੰਛਤ ਦੇ ਕਰਤਾਰ। ਆਪ ਦੀ ਸੇਵਾ ਸਫਲ ਹੋਏਗੀ ਜੋ ਬਾਛਤ ਜੋ ਇੱਛਾ ਸੋ ਪੂਰਨ ਹੋਏਗੀ। ਜਾਓ ਪਈ ਆਦਮ ਜਾਟ ਗਇਓ ਨਿਜ ਡੇਰੇ। ਬਾਬਾ ਆਦਮ ਜੀ ਆਪਣੇ ਡੇਰੇ ਚਲੇ ਗਏ। ਸੋਚਤ ਚਿਤ ਮਹਿ ਚਿੰਤ ਕਨੇਰੇ। ਮਨ ਦੇ ਵਿੱਚ ਇਹ ਵਿਚਾਰਦੇ ਚਿਤਾਰਦੇ ਸਨ। ਬੂਝਿਓ ਕਬਹਿ ਭਾਰ ਜਾਨ। ਤੇ ਬੂਝਿਓ ਤਬ ਹੈ ਡੇਰੇ ਤੇ ਗਏ ਨੇ ਤੇ ਆਪਣੀ ਤ੍ਰਿਆ ਨੂੰ ਪੁੱਛਣ ਲੱਗੇ। ਲੈ ਪੀ ਆਇਬ ਗੁਰ ਤੇ ਦਾਨ। ਤੇ ਹੁਣ ਪੁੱਛਦੇ ਨੇ ਕਹਿ ਲੱਗੇ ਕਿ ਜਦੋਂ ਤ੍ਰਿਆ ਨੇ ਪੁੱਛਿਆ ਅਗੋਂ ਜਵਾਬ ਦਿੱਤਾ ਗੁਰਾਂ ਦੇ ਪਾਸੋਂ ਦਰਸ਼ਨ ਦਾ ਦਾਨ ਲੈ ਕੇ ਆਏ ਹਾਂ।
ਨਾ। ਕਹਿਤ ਭਇਓ ਸਤ ਕੀ ਅਬਿਲਾਖਾ ਤੇ ਸਤਿਗੁਰੂ ਜੀ ਕਹਿਣ ਲੱਗੇ, ਭਾਈ ਜੋ ਇੱਛਾ ਕਰਕੇ ਸੇਵਾ ਕੀਤੀ ਹੈ ਉਹ ਸੇਵਾ ਉਹ ਇੱਛਾ ਦਾਤ ਮੰਗ ਲਓ। ਸੁਖ ਚਤ ਗੁਰ ਟਿਕ ਜਾਏ ਨਾ ਭਾਖਾ ਤੇ ਕਹਿਣ ਲੱਗਿਆ ਆਪਣੀ ਤ੍ਰਿਆ ਨੂੰ ਗੁਰਾਂ ਦੇ ਪਾਸ ਮੈਂ ਡਰ ਕਰਕੇ ਆਪਣੀ ਉਮਰ ਵੱਲ ਦੇਖ ਕੇ ਕੁਝ ਵੀ ਨਾ ਕਹਿ ਸਕਿਆ। ਆਰ ਬਲਾ ਮੇਰੀ ਅਰ ਤੇਰੀ ਤੇਰੀ ਤੇ ਮੇਰੀ ਜਿੰਨੀ ਆਰਬਲਾ ਉਮਰ ਹੈ, ਸੰਤਤ ਸਮੈ ਨ ਬਿਤੀ ਬਡੇਰੀ ਉਹ ਜਿਹੜੀ ਸੰਤਤ ਸਹਿਤ ਵਧੇਰੀ ਬੀਤ ਗਈ। ਭਏ ਬ੍ਰਿਧ ਸੁਤ ਹੋਏ ਨਾ ਕੈਸੇ ਤੇ ਭਏ ਬ੍ਰਿਧ ਹੁਣ ਬ੍ਰਿਧ ਅਵਸਥਾ ਹੈ, ਕੀ ਆਸ ਇੱਛਾ ਇਸ ਉਮਰ ਦੇ ਵਿੱਚ ਰੱਖਣੀ ਕਰੀਏ। ਆਪਣੇ ਚਿੱਟੇ ਦਾੜੇ ਨੂੰ ਦੇਖ ਕਰਕੇ ਕੁਝ ਸੰਕੋਚ ਕਰਕੇ ਕਹਿ ਸਕਿਆ ਨਾ। ਦੇਹੋ ਦਰਸ਼ਨ ਆਪਣਾ ਪਰ ਐਸੇ ਇਹ ਗੁਰਾਂ ਦੇ ਸਨਮੁਖ ਬੇਨਤੀ ਕੀਤੀ, ਹੈ ਮਹਾਰਾਜ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਰੋਜ਼ ਆਪ ਦੇ ਦਰਸ਼ਨ ਕਰੀਏ, ਇਹ ਵਰ ਦੇਵੋ। ਚਲ ਤਯੋ ਗੁਣ ਮੁਝ ਸੋ ਗੁਰ ਭਾਖਾ ਫੇਰ ਚਲਦਿਆਂ ਹੋਇਆਂ ਨੇ ਸਤਿਗੁਰੂ ਜੀ ਨੇ ਮੈਨੂੰ ਫੇਰ ਇਹ ਵਚਨ ਆਖੇ। ਹੋਰ ਆਏ ਜਗ ਹੋ ਜੋ ਕਾਂਖਾ ਭਾਈ ਆਦਮ ਆਪਣੇ ਸੇਵਾ ਕੀਤੀ ਹੈ ਤੇ ਸੇਵਾ ਤੋਂ ਇੰਨੇ ਪ੍ਰਸੰਨ ਹਾਂ, ਜੋ ਕਹੋਗੇ ਸੋ ਮਿਲੇਗਾ। ਜਦ ਤੱਕ ਆਪਦੇ ਮਨ ਦੀ ਅਭਿਲਾਖਾ ਇੱਛਾ ਪੂਰਨ ਨਹੀਂ ਕਰ ਦਿੰਦੇ ਤਦ ਤੱਕ ਸਾਡੇ ਮਨ ਨੂੰ ਸੁੱਖ ਨਹੀਂ ਮਿਲੇਗਾ। ਹੁਣ ਨਹੀਂ ਤੇ ਸਵੇਰ ਵੇਲੇ ਆ ਕੇ ਮੰਗ ਲੈਣਾ। ਸੁਨਤ ਭਾਰ ਜਾ ਭਈ ਉਦਾਸ ਇਹ ਸੁਣ ਕੇ ਭਾਰ ਜਾ ਬੜੀ ਇਹਦੀ ਤ੍ਰਿਆ ਘਰ ਵਾਲੀ ਬੜੀ ਉਦਾਸ ਹੋਈ। ਮਤ ਸੋ ਕਹਿ ਪੂਰੇ ਗੁਰ ਪਾਸ ਆਪਣੇ ਪਤੀ ਕੰਤ ਨੂੰ ਕਹਿਣ ਲੱਗੀ, ਪੂਰੇ ਗੁਰੂ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਹਜ਼ੂਰ ਆਪਣੇ ਮਨ ਦੀ ਅਭਿਲਾਖਾ ਕਹਿ ਦਿੰਦੇ। ਸੁਖ ਕੀ ਕਰ ਹੋ ਜਾਏ ਅਰਦਾਸ ਤੇ ਸੁੱਤ ਦੀ ਪੁੱਤਰ ਦੀ ਆਸ ਇੱਛਾ ਪੂਰਨ ਕਰਦੇ। ਆਪਣੀ ਪੂਰਨ ਕਰ ਹੈ ਆਸ ਜਿਹੜੇ ਸਤਿਗੁਰੂ ਦੀ ਸਾਹਮਣੀਆਂ ਆਸ ਇੱਛਾ ਪੂਰਨ ਕਰਨ ਵਾਲੇ, ਸ਼ੁਸ਼ਕ ਵਿਸ਼ ਕੋ ਹਰੇ ਕਰੰਤਾ ਜਿਹੜੇ ਗੁਰਾਂ ਵਿੱਚ ਇੰਨੀ ਸਮਰੱਥਾ ਹੈ, ਭਾਈ ਖਾਲਿਆਂ ਨੂੰ ਭਰਨ ਵਾਲੇ ਤੇ ਪਿੰਗਲ ਪਰਬਤ ਪਾਰ ਚੜ੍ਹੈ ਖਲ ਚਤਰ ਬਧੀਕਾ, ਐਸੇ ਗੁਰਾਂ ਦੀ ਸ਼ਰਨ ਦੀ ਦਰਸ਼ਨ ਦੀ ਵਡਿਆਈ ਹੈ। ਸੁੱਕੇ ਫਲਾਂ ਨੂੰ ਵੀ ਫਲ ਲੱਗ ਜਾਂਦੇ ਹਨ। ਸ਼ੁਸ਼ਕ ਤਾਲ ਕੋ ਸੁਪਰ ਪਰੰਤਾ ਸੁੱਕੇ ਹੋਏ ਤਾਲਾਂ ਨੂੰ ਵੀ ਲਬਾ ਲਬ ਭਰਨ ਵਾਲੇ ਐਸੇ ਸਮਰੱਥ ਗੁਰੂ ਨਾਨਕ ਦੀ ਚੌਥੀ ਜੋਤ ਸੋਢੀ ਸੁਲਤਾਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਨੇ। ਸਮਰੱਥ ਹੈ ਅਨਹੋਣੀ ਕਰੈ ਤੇ ਜਿਹੜੀ ਅਨਮੋਣੀ ਬਾਤ ਨੂੰ ਵੀ ਮੋਣੀ ਕਰਨ ਵਾਲੇ ਭਾਵ ਇਹ ਤੇ ਸਰਬ ਕਲਾ ਸਮਰੱਥ ਨੇ। ਸ੍ਰੀ ਮੁਖ ਬਾਤ ਨਾ ਕਬਨ ਮਿਲੈ ਜਿਹੜੇ ਗੁਰਾਂ ਦੇ ਬਾਤ ਵਚਨ ਨੇ ਉਹ ਅਡੋਲ ਸਰਬੱਤ ਨੇ, ਕਦੇ ਵੀ ਕਦੇ ਵੀ ਆਗੇ ਨਹੀਂ ਜਾਂਦੇ। ਮਤ ਕੋ ਸਮਝਾ ਭਾਂਤੀ ਇਸ ਵਿਧੀ ਦੇ ਨਾਲ ਜਿਹੜੀ ਬਾਬਾ ਕਾਲੀ ਜੀ ਆਪਣੇ ਪਤੀ ਨੂੰ ਬਾਰ-ਬਾਰ ਸਮਝਾਉਂਦੀ ਹੈ। ਕਰੀ ਮਿਲੀ ਕਨ ਦਰਪਕ ਰਾਤੀ ਇਹ ਦੰਪਤੀ ਦੇ ਜਾਣੀ ਇਹ ਵਿਚਾਰਾਂ ਸਹਿਤ ਗੁਰੂ ਗੁਰੂ ਜਪਦਿਆਂ ਬਤੀਤ ਕੀਤੀ। ਭਈ ਭੋਰ ਗੁਰ ਨਾਸਿਕ ਭੇਜਾ ਸਵੇਰ ਹੋਈ ਹੈ ਕਿ ਬਾਬਾ ਆਗਤ ਜੀ ਦੀ ਸੇਵਾ ਤੋਂ ਇੰਨੇ ਸਤਿਗੁਰੂ ਪ੍ਰਸੰਨ ਨੇ, ਇੱਕ ਗੁਰੂ ਕੇ ਸਿੱਖ ਨੂੰ ਆਗਿਆ ਦੇ ਕੇ ਭੇਜਿਆ ਹੈ। ਮਨ ਸੇਵਾ ਕੋ ਸੁਭ ਕਰ ਲੈ ਜਾ ਇਹ ਭਾਈ ਆਦਮ ਸੇਵਾ ਦਾ ਜਿਹੜਾ ਫਲ ਹੈ ਉਹਦਾ ਵਰ
ਤਦ ਦੋਨੋਂ ਦੰਪਤੀ ਸਵੇਰ ਵੇਲੇ ਇਹ ਬੁਲਾ ਕੇ ਭੇਜਿਆ ਕਿ ਆਪਣੀ ਪ੍ਰਿਆ ਨੂੰ ਵੀ ਘਰ ਵਾਲੇ ਨੂੰ ਵੀ ਨਾਲ ਲਿਆਓ। ਦੋਨੋਂ ਦੰਪਤੀ ਚਲਦੇ ਹੋਏ ਗੁਰੂ ਰਾਮਦਾਸ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਆਏ। ਕਰੀ ਬੰਸਨਾ ਭਰੇ ਉਦਾਸ। ਬੜੀ ਦੀਨਤਾ ਸਹਿਤ ਮਨ ਵਿੱਚ ਭਰਿਆ ਹੋਇਆ ਨੇ ਬੇਨਤੀ ਕੀਤੀ। ਸ੍ਰੀ ਗੁਰੂ ਰਾਮਦਾਸ ਜੀ ਕਹਾ। ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਜਾਚੋ ਪਰ ਪੰਛਤ ਜੋ ਅਗਾ। ਕਿ ਬਾਬਾ ਆਦਮ ਜੀ, ਭਾਈ ਆਦਮ, ਜੋ ਮਨ ਦੀ ਬਿਲਾਖਾ ਇੱਛਾ ਹੈ ਉਹ ਮੰਗ ਕਰਕੇ ਲੈ ਲਓ। ਹੱਥ ਜੋੜ ਦੰਪਤ ਨੇ ਭਾਖਾ। ਹੱਥ ਜੋੜ ਕੇ ਦੋਨੋਂ ਦੰਪਤੀ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਬੇਨਤੀ ਸਹਿਤ ਕਹਿਣ ਲੱਗੇ। ਸ੍ਰੀ ਸਤਿਗੁਰ ਹਮ ਅਸ ਅਬਿਲਾਖਾ। ਬੇਨਤੀ ਕੀਤੀ ਹੈ, हे ਸਤਿਗੁਰੂ ਗੁਰੂ ਰਾਮਦਾਸ ਮਹਾਰਾਜ, ਸਾਡੇ ਮਨ ਦੀ ਇੱਕੋ ਹੀ ਅਭਿਲਾਖਾ ਇੱਛਾ ਹੈ ਦੇਹੋ ਬਚਨ ਤੇ ਪੁੱਤਰ ਹਮਾਰੇ। ਕਿ ਅਸੀਂ ਇਸ ਕਰਕੇ ਸੇਵਾ ਕੀਤੀ ਸੀ ਕਿ ਸਤਿਗੁਰਾਂ ਦੇ ਦਰ ਤੇ ਇਹ ਸਾਨੂੰ ਧੀ ਪੁੱਤਰ ਦੀ ਕਾਮਨਾ ਪ੍ਰਾਪਤ ਹੋਵੇ। ਸਰਬ ਬੰਸ ਹਵੈ ਸਿੱਖ ਤੁਮਾਰੇ। ਸਾਰਾ ਵੰਸ਼ ਆਪ ਦਾ ਸਿੱਖ ਹੋਏ। ਸੁਰਤ ਸਤਿਗੁਰੂ ਧਿਆਨ ਲਗਾਇਬ। ਇਹ ਦੰਪਤੀ ਦੀ ਬੇਨਤੀ ਸੁਣ ਕੇ ਗੁਰਾਂ ਨੇ ਧਿਆਨ ਧਰਿਆ। ਦੇਖ ਰਹੇ ਕੁਛ ਨਹਿ ਦਰਸਾਇਬ। ਧਿਆਨ ਧਰ ਕੇ ਦੇਖਿਆ, ਜਾਣਿਆ ਕਿ ਇਹ ਬਾਬਾ ਆਦਮ ਜੀ ਦੇ ਕਰਮਾਂ ਵਿੱਚ ਪੁੱਤਰ ਦੀ ਦਾਤ ਨਹੀਂ। ਕਿਤਕ ਦੇਰ ਤੇ ਸ੍ਰੀ ਗੁਰ ਪ੍ਰਾਹੀ। ਕੁਝ ਕੁ ਸਮਾਂ ਮਹਾਰਾਜ ਅਡੋਲ ਬੈਠੇ ਰਹੇ, ਮੁਖ ਤੋਂ ਕੋਈ ਬਚਨ ਵੀ ਨਾ ਕਿਹਾ। ਕੁਝ ਸਮੇਂ ਬਾਅਦ ਕਹਿਣ ਲੱਗੇ, ਤੋਹੇ ਭਾਗ ਮਹਿ ਸੰਤਤ ਨਾਹੀ। ਇਹ ਭਾਈ ਆਦਮ ਜੀ, ਆਪ ਦੇ ਭਾਗਾਂ ਵਿੱਚ ਕੋਈ ਵੀ ਸੰਤਤ ਨਹੀਂ ਹੈ। ਇਮ ਕਹਿ ਨੈਣ ਮੂੰਦ ਪੁਨ ਲੀਨੇ। ਇਹ ਕਹਿ ਕਰਕੇ ਆਪਣੇ ਨੇਤਰ ਸਤਿਗੁਰਾਂ ਨੇ ਬੰਦ ਕੀਤੇ ਹਨ। ਕੀਕੀ ਰੀਤ ਖੋਜ ਗੋਪੀਨੇ। ਭਲੀ ਪ੍ਰਕਾਰ ਭਾਈ ਆਦਮ ਜੀ ਦੇ ਕਰਮ ਦੇਖੇ। ਦੇਖ ਰਹੇ ਸਭ ਹੀ ਬਿਦਤਾਹੇ। ਸਰਬ ਵਿਧੀ ਦੇ ਨਾਲ ਜਦੋਂ ਧਿਆਨ ਧਰ ਕੇ ਦੇਖਿਆ ਹੈ, ਆਤਮ ਭਾਗ ਵਿਖੇ ਸੁਤ ਲਾਹੇ। ਭਾਈ ਆਦਮ ਜੀ ਦੇ ਭਾਗ ਕਰਮਾਂ ਵਿੱਚ ਕੋਈ ਪੁੱਤਰ ਨਹੀਂ। ਬਹੁਤ ਕਾਲ ਲਗ ਗੁਰੂ ਵਿਚਾਰਾ। ਬਹੁਤ ਸਮਾਂ ਵਿਚਾਰਦੇ ਸਤਿਗੁਰੂ ਜੀ ਰਹੇ ਕਿ ਭਾਈ ਆਦਮ ਜੀ ਨੂੰ ਪੁਨਹਿ ਸਿੱਖ ਸੋ ਬਾਤ ਉਚਾਰਾ। ਕੋਈ ਤਿੰਨਾਂ ਦੇ ਕਰਮਾਂ ਵਿੱਚ ਤੇ ਪੁੱਤਰ ਹੋ ਗਏ ਤੇ ਇਹ ਵਿਚਾਰਦੇ ਹੋਏ ਭਲੀ ਭਾਂਤ ਹਮ ਖੋਜਨ ਕੀਨਾ। ਭਲੀ ਭਾਂਤ ਅਸੀਂ ਵਿਚਾਰਿਆ ਹੈ। ਤੋਹੇ ਭਾਗ ਹੈ ਸੰਤਤ ਹੀਨਾ। ਇਹ ਭਾਈ ਆਦਮ, ਤੇਰੇ ਭਾਗਾਂ ਵਿੱਚ ਕੋਈ ਵੀ ਧੀ ਪੁੱਤਰ ਨਹੀਂ ਹੈ। ਗੁਰ ਕੀ ਸੇਵਾ ਕੀਨ ਮਹਾਨਾ। ਪਰ ਤੂੰ ਗੁਰੂ ਕੀ ਸੇਵਾ ਨਾ ਬੜੇ ਚਿੱਤ ਸਹਿਤ ਕੀਤੀ ਹੈ। ਜਿਸ ਤੇ ਹਮਨੇ ਬਾਕ ਬਖਾਨਾ। ਤੇ ਬਚਨ ਵੀ ਕਹਿ ਦਿੱਤੇ ਨੇ ਕਿ ਭਾਈ ਆਦਮ ਜੋ ਮੰਗੋਗੇ ਸੋ ਮਿਲੇਗਾ। ਹੁਣ ਆਪ ਦੀ ਇੰਨੀ ਸੇਵਾ ਹੈ ਤੇ ਜਿਹੜੀ ਸੇਵਾ ਜਿਹੜੇ ਹਿੱਤ ਕਰਕੇ ਕਾਮਨਾ ਕਰਕੇ ਕੀਤੀ ਹੈ ਉਹ ਪ੍ਰਾਪਤ ਨਾ ਹੋਵੇ ਤੇ ਆਪ ਦੇ ਮਨ ਦੀ ਭਾਵਨਾ ਸ਼ਰਧਾ ਟੁੱਟ ਜਾਏਗੀ। ਇਹ ਸਾਰੇ ਵਿਚਾਰ ਕਰਕੇ ਇਹ ਕਾਰਨ ਤੇ ਮੈਂ ਨਿਜ ਅੰਸ਼। ਇਹ ਕਾਰਨ ਤੇ ਕਿਸ ਕਾਰਨ ਮਹਾਰਾਜ ਮੈਂ ਸੰਤਨ ਤੋਂ ਖਾਲੀ ਰਿਹਾ। ਜਨਮੋ ਤਬ ਗ੍ਰਹਿ ਬਿਰਧ ਹੈ ਬੰਸ। ਤੇ ਮਹਾਰਾਜ ਜੀ ਇੱਕ ਜਨਮੋ ਤੋਂ ਗ੍ਰਹਿ ਔਰ ਬਿਰਧ ਹੈ ਬੰਸ, ਜਿਹਦੇ ਕਰਕੇ ਆਪ ਦੇ ਘਰ ਵਿੱਚ
ਧੀ ਪੁੱਤਰ ਜਨਮ ਲਵੇ ਆਪ ਦੀ ਵੰਸ ਵਧੇ। ਭਗਤ ਸਰੂਪ ਹੋਵੇ ਲਖ ਲੀਜਹਿ। ਤੇ ਸਤਿਗੁਰੂ ਜੀ ਕਹਿਣ ਲੱਗੇ ਕਿ ਭਾਈ ਆਦਿ ਇਹ ਗੁਰੂ ਸਾਡੇ ਘਰ ਵਿੱਚ 4 ਪੁੱਤਰਾਂ ਨੇ ਜਨਮ ਲੈਣਾ ਸੀ ਜਾਤੇ ਭਗਤੁ ਨਾਮ ਰਖੀਜਹਿ। ਤੇ ਹੁਣ 4 ਪੁੱਤਰਾਂ ਵਿੱਚੋਂ ਇੱਕ ਪੁੱਤਰ ਆਪ ਦੇ ਘਰ ਜਨਮ ਲੈਣ। ਸਾਡੀ ਭਗਤੀ ਦਾ ਸਵੈ ਰਜੂ ਹੋਣ ਕਰਕੇ ਉਹ ਬਾਲਕ ਬੱਚੇ ਦਾ ਨਾਮ ਭਗਤੂ ਰੱਖਣਾ। ਮੇਰੋ ਅੰਤ ਹੋਣ ਤੇ ਸੋਏ। ਜਦ ਸਾਡੇ ਦੇਹ ਦਾ ਅੰਤ ਹੋਏਗਾ ਦੇਸ਼ ਅਨੇਕਨ ਕੋ ਗੁਰ ਹੋਏ। ਅਨੇਕਾਂ ਜਿਹੜੇ ਮਾਲਵੇ ਇਲਾਕੇ ਦੇ ਦੇਸ਼ ਆਰ ਨਗਰ ਨੇ ਤੇ ਸਾਰੇ ਹੀ ਇਹ ਭਾਈ ਤਿੰਨਾਂ ਦੇ ਪੂਜਣੀਏ ਹੋਣਗੇ। ਤਿਸ ਕੇ ਪਸ ਰਹਿ ਬੰਸ ਵਿਸਾਲਾ। ਤੇ ਅੱਗੇ ਭਾਈ ਭਗਤੂ ਦੀ ਵੱਡੀ ਅੰਸ ਬੰਸ ਵਧੇਗੀ। ਬਿਦਤ ਹੈ ਨਾਮ ਰਖੇ ਨਰ ਜਾਗਾ। ਜਿਨ੍ਹਾਂ ਦਾ ਨਾਮ ਜਗਤ ਤੇ ਵਧੇਰਾ ਬਿਦਤੇਗਾ ਪ੍ਰਗਟ ਹੋਏਗਾ। ਸੁਨ ਪੰਛਤ ਦਾਨੀ ਬਚ ਗੁਰ ਕੇ। ਇਹ ਗੁਰਾਂ ਦੇ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਬਰ ਸਮਾਨ ਬਚਨ ਦੋਨੋਂ ਦੰਪਤੀ ਭਾਈ ਆਦਮ ਨੇ ਸੁਣੇ ਨੇ। ਦੰਪਤ ਬਣਤ ਸਿਰ ਧਰ ਧਰ ਕੇ। ਬਾਰ ਬਾਰ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਚਰਨਾਂ ਕਮਲਾਂ ਤੇ ਇਹਨਾਂ ਦੋਨੋਂ ਦੰਪਤੀ ਭਾਈ ਆਦਮ ਜੀ ਬੰਦਨਾ ਕਰਦੇ ਨੇ। ਆਗਿਆ ਲੈ ਗੁਰ ਕੀ ਬਰ ਪਾਏ। ਗੁਰਾਂ ਦੀ ਆਗਿਆ ਲੈ ਕੇ ਇਹ ਬਰ ਪਾਇਆ। ਬਸੇ ਜਾਏ ਕਰ ਆਪਣੇ ਥਾਏ। ਫਿਰ ਆਪਣੇ ਨਗਰ ਬਠਿੰਡਾ ਪੁੱਛੋ ਮੰਡੀ ਮਾਲਵੇ ਵਿੱਚ ਆ ਗਏ। ਬ੍ਰਿਧ ਵੈਸ ਤਨ ਜਨ ਸੋ ਗ੍ਰਾਸੇ। ਤੇ ਹੁਣ ਕੁਝ ਸਮਾਂ ਲੰਘਿਆ ਬ੍ਰਿਧ ਅਵਸਥਾ ਨੇੜੇ ਹੈ। ਦੰਪਤ ਬਾਸੇ ਆਨ ਅਵਾਸੇ। ਆਪਣੇ ਘਰ ਦੇ ਵਿੱਚ ਬੜੇ ਸੁਖ ਆਨੰਦ ਦੇ ਸਹਿਤ ਵਸਣ ਲੱਗੇ। ਏਕ ਬਰਖ ਜਬ ਬੀਤਿਓ ਕਾਲ। 1 ਸਾਲ ਜਦੋਂ ਭਾਈ ਸੇਵਾ ਕਰਦਿਆਂ ਲੰਘ ਗਿਆ। ਜਨਮ ਲੀਨ ਵਡ ਭਾਗ ਸੋ ਮਾਲ। ਵੱਡੇ ਭਾਗਾ ਵਾਲੇ ਬਾਲਕ ਨੇ ਜਨਮ ਲਿਆ। ਦੰਪਤ ਭਏ ਪ੍ਰਸੰਨ ਵਿਸਾਲ। ਦੋਨੋਂ ਜਦੋਂ ਬਾਲਕ ਨੇ ਜਨਮ ਲਿਆ ਇੱਛਾ ਪੂਰੀ ਹੋਈ। ਦੋਨੋਂ ਬੜੇ ਪ੍ਰਸੰਨ ਹੋਏ। ਗੁਰ ਕੋ ਸਿਮਰਹਿ ਸ਼ਰਧਾ ਨਾਲ। ਸਦਾ ਸਤਿਗੁਰਾਂ ਨੂੰ ਉਹਨਾਂ ਦੀ ਸ਼ਰਧਾ ਦੇ ਨਾਲ ਸਿਮਰਦੇ ਯਾਦ ਕਰਦੇ ਬਾਰ-ਬਾਰ ਗੁਰਾਂ ਦਾ ਸ਼ੁਕਰਾਨਾ ਕਰਦੇ ਨੇ ਕਿ ਸਤਿਗੁਰ ਸੱਚੇ ਪਾਤਸ਼ਾਹ ਨੇ ਇਹ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਭਰਨਾ। ਇਸ ਪ੍ਰਕਾਰ ਖੁਸ਼ੀ ਦੇ ਵਿੱਚ ਗੁਰਾਂ ਦਾ ਸ਼ੁਕਰਾਨਾ ਕਰਦੇ ਨੇ।